ਅੱਜ ਦੋਸਤੋ ਮੈਂ ਕਬਾੜੀਏ ਦੇ ਕੋਲ ਆਇਆ ਤੇ ਮੇਰੀ ਨਜ਼ਰ ਪਈ ਕਿ ਇਹਨਾਂ ਦੇ ਕੋਲ ਇੱਕ ਡੰਕੀ ਪੰਪ ਪਿਆ, ਜਿਹਨੂੰ ਵੇਖ ਕੇ ਮੈਨੂੰ ਯਾਦ ਆਇਆ ਕਿ ਸਾਡੇ ਵੀ ਘਰ ਦਾ ਜਿਹੜਾ ਡੰਕੀ ਪੰਪ ਹੈ ਉਹ ਖਰਾਬ ਹੋਇਆ ਤੇ ਉਹਨੂੰ ਵੀ ਅਸੀਂ ਠੀਕ ਕਰਨਾ। ਜਿਹਦੇ ਵਿੱਚ ਮਸਲਾ ਹੈ ਕਿ ਕਰੰਟ ਸੈਟ ਵੀ ਉਹਦਾ ਖਰਾਬ ਹੋਇਆ ਤੇ ਪੰਪ ਵੀ ਵੀਕ ਹੋਇਆ ਤੇ ਮੈਂ ਇੱਥੇ ਇਹਨੂੰ ਚੈੱਕ ਕੀਤਾ। ਜਿਸ ਵੇਲੇ ਇਹਨੂੰ ਚੈੱਕ ਕੀਤਾ ਤੇ ਕਰੰਟ ਬਿਲਕੁਲ ਓਕੇ ਸੀ, ਬਾਕੀ ਇਹਦਾ ਪੰਪ ਵਗੈਰਾ ਮੇਰਾ ਖਿਆਲ ਹੈ ਰਿਪੇਅਰ ਹੋਣ ਵਾਲਾ ਸੀ ਤੇ ਇਸੇ ਵਾਸਤੇ ਮੈਂ ਇਹਨੂੰ ਚੁੱਕ ਕੇ ਆਪਣੀ ਦੁਕਾਨ ਤੇ ਲੈ ਗਿਆ ਕਿ ਪੁਰਾਣਾ ਪੰਪ ਦੇ ਕੇ ਇਹਦਾ ਸਮਾਨ ਵਗੈਰਾ ਪਾ ਕੇ ਕਿੰਨਾ ਖਰਚਾ ਆਇਆ। ਅੱਜ ਦੀ ਵੀਡੀਓ ਵਿੱਚ ਮੈਂ ਸਾਰੀ ਤੁਹਾਨੂੰ ਇਨਫੋਰਮੇਸ਼ਨ ਦਾਂਗਾ ਤੇ ਇਹਨੂੰ ਠੀਕ ਕਰਨ ਦਾ ਮੁਕੰਮਲ ਤਰੀਕਾਕਾਰ ਵੀ ਦੱਸਾਂਗਾ। ਸਭ ਤੋਂ ਪਹਿਲੇ ਦੋਸਤੋ ਅਸੀਂ ਇਹਦੇ ਪੰਪ ਦੇ ਅੱਗੇ ਇੱਥੇ ਟਿੱਕੀ ਲੱਗੀ ਹੁੰਦੀ ਹੈ। ਟਿੱਕੀ ਦੇ 2 ਨਟ ਕਾਬਲੇ ਲੱਗੇ ਹੁੰਦੇ ਨੇ, 13 ਨੰਬਰ ਦੀ ਚਾਬੀ ਦੇ ਨਾਲ ਖੁੱਲ ਜਾਂਦੇ ਨੇ, ਦੋਵੇਂ ਖੋਲ ਲੈਣੇ ਨੇ। ਜਿਵੇਂ ਅਸੀਂ ਨਟ ਕਾਬਲੇ ਖੋਲੇ ਨੇ ਤੇ ਅੰਦਰ ਤੁਸੀਂ ਵਾਲਾਂ ਦੇ ਸਪਰਿੰਗ ਵੇਖਿਆ। ਜਿਸ ਵੇਲੇ ਤੁਸੀਂ ਸਪਰਿੰਗ ਵੇਖਿਆ ਦਾ ਮਤਲਬ ਇਹ ਵੇ ਕਿ ਇਹਦੇ ਹੈੱਡ ਖੋਲਣਾ ਪਏਗਾ ਤੇ ਹੈੱਡ ਦੇ ਉੱਤੇ 4 ਨਟ ਕਾਬਲੇ ਲੱਗੇ ਨੇ ਤੇ ਚਾਰੋਂ ਨਟ ਕਾਬਲੇ ਦੋਸਤੋ ਅਸੀਂ ਰੈਂਚ ਦੀ ਮਦਦ ਦੇ ਨਾਲ ਜਾਂ 15 ਦੀ ਚਾਬੀ ਦੀ ਮਦਦ ਦੇ ਨਾਲ ਖੋਲ ਕੇ ਇਹਦਾ ਉੱਤੇ ਹੈੱਡ ਆਜ਼ਾਦ ਕਰਾ ਦੇਣਾ ਤੇ ਦੋਸਤੋ ਹੈੱਡ ਆਜ਼ਾਦ ਕਰਾਉਣ ਦਾ ਬੜਾ ਹੀ ਆਸਾਨ ਜਿਹਾ ਤਰੀਕਾ। ਇਹਨੂੰ ਇੱਕ ਸਾਈਡ ਤੇ ਲਟਾ ਦੇਣਾ ਤੇ ਫਿਰ ਕੋਈ ਵੀ ਪਿਨ ਜੀ ਜਾਂ ਪਿਚਕਸ ਵਗੈਰਾ ਇੱਕ ਸਾਈਡ ਤੋਂ ਮਾਰਨਾ, ਹਲਕੀ ਹਲਕੀ ਸੱਟ ਮਾਰਨੀ ਹੈ ਤੇ ਬੜੀ ਆਸਾਨੀ ਦੇ ਨਾਲ ਇਹਦਾ ਉਤਲਾ ਜਿਹੜਾ ਹਿੱਸਾ ਹੈ ਲਹਿਦਾ ਹੋ ਜਾਏਗਾ ਤੇ ਵਾਲ ਪਲੇਟ ਲਹਿਦਾ ਹੋ ਜਾਏਗੀ, ਹੈੱਡ ਲਹਿਦਾ ਹੋ ਜਾਏਗਾ। ਜਿਵੇਂ ਹੀ ਅਸੀਂ ਹੈੱਡ ਲਹਿਦਾ ਕੀਤਾ ਤੁਸੀਂ ਵੇਖ ਸਕਦੇ ਜੇ ਵਾਲ ਟੁੱਟੇ ਹੋਏ ਦੇ ਵਿੱਚ ਪਏ ਨੇ, ਬਾਕੀ ਕਈ ਵਾਲ ਇਹਦੇ ਨਾਲ ਲੱਗੇ ਨੇ ਤੇ ਸਾਰੇ ਵਾਲ ਅਸੀਂ ਇਹਦੇ ਰਿਪਲੇਸ ਕਰ ਦਾਂਗੇ। ਉਸ ਤੋਂ ਬਾਅਦ ਦੋਸਤੋ ਅਸੀਂ ਇਹਦਾ ਸਿਲੰਡਰ ਚੈੱਕ ਕਰਨਾ, ਵਿੱਚ ਉਂਗਲੀ ਮਾਰ ਕੇ ਇਹਦਾ ਖੁਰਦਰਾ ਨਹੀਂ ਹੋਣਾ ਚਾਹੀਦਾ, ਬਿਲਕੁਲ ਠੀਕ ਹੈ। ਜੇ ਕਟਿਆ ਹੋਏਗਾ, ਖੁਰਦਰਿਆ ਹੋਏਗਾ ਤੇ ਬੋਕੀਆਂ ਬਾਰ-ਬਾਰ ਖਰਾਬ ਕਰੇਗਾ, ਇਹਨੂੰ ਫਿਰ ਸਿਲੰਡਰ ਨੂੰ ਵੀ ਚੇਂਜ ਕਰਨਾ ਪੈਂਦਾ ਹੈ। ਕਿ ਦੋਸਤੋ ਇੱਥੇ 20 ਨੰਬਰ ਦੀ ਇੱਥੇ ਗੋਟੀ ਦਾ ਨਟ ਲੱਗਿਆ, ਕਈਆਂ 17 ਲੱਗਿਆ ਹੁੰਦਾ ਤੇ ਉਹਦੀ ਮਦਦ ਦੇ ਨਾਲ ਅਸੀਂ ਇਹਨਾਂ ਬੋਕੀ ਰਾਡ ਖੋਲ ਲੈਣਾ। ਬੋਕੀ ਰਾਡ ਖੋਲਣ ਤੋਂ ਬਾਅਦ ਜਿਸ ਵੇਲੇ ਚੈੱਕ ਕਰਦੇ ਹਾਂ ਬੋਕੀਆਂ ਬਿਲਕੁਲ ਖਤਮ ਹੋਈਆਂ ਨੇ। ਉਸ ਤੋਂ ਬਾਅਦ ਦੋਸਤੋ ਇੱਥੇ ਗਲੈਂਡੋਰੀ ਦਾ ਇੱਕ ਨਟ ਲੱਗਿਆ ਹੁੰਦਾ, ਪਿੱਤਲ ਦਾ ਨਟ ਹੁੰਦਾ, ਇਹਨੂੰ ਵੀ ਅਸੀਂ ਖੋਲ ਲੈਣਾ। ਇਸ ਤੋਂ ਪਹਿਲੇ ਇਹਦੇ ਵਿੱਚ ਗਲੈਂਡੋਰੀ ਹੁੰਦੀ ਹੈ ਤੇ ਅਸੀਂ ਉਸ ਤੋਂ ਬਾਅਦ ਇਹਦੇ ਵਿੱਚ ਵਾਟਰ ਸੀਲ ਪਾ ਦਾਂਗੇ ਤਾਂ ਕਿ ਪਾਣੀ ਲੀਕੇਜ ਨਾ ਹੋਵੇ। ਦੋਸਤੋ ਇਹਦੇ ਵਿੱਚ ਜਿੰਨੀ ਵੀ ਪੁਰਾਣੀ ਗਲੈਂਡੋਰੀ ਹੈ ਸਾਰੀ ਅਸੀਂ ਬੜੇ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਪਿਚਕਸ ਦੀ ਮਦਦ ਦੇ ਨਾਲ ਸਾਰੀ ਖਿੱਚ ਲੈਣੀ ਹੈ, ਸਾਰੀ ਖਤਮ ਕਰਨੀ ਹੈ ਅੱਛੇ ਤਰੀਕੇ ਦੇ ਨਾਲ। ਉਸ ਤੋਂ ਬਾਅਦ ਇਹਦੀ ਸਫਾਈ ਕਰਨੀ ਹੈ। ਬਾਅਦ ਹੀ ਦੋਸਤੋ ਅਸੀਂ ਇਹਦੀ ਵਾਲ ਪਲੇਟ ਲੈ ਲੈਣੀ ਹੈ। ਬਾਕੀ ਇਹਦੇ ਉੱਤੇ ਜਿੰਨੇ ਵੀ ਵਾਲ ਲੱਗੇ ਹੁੰਦੇ ਨੇ, 4 ਵਾਲ ਲੱਗੇ ਹੁੰਦੇ ਨੇ, ਇੱਕ ਪਹਿਲੇ ਦਾ ਟੁੱਟਿਆ ਸੀ, ਬਾਕੀ ਜਿੰਨੇ ਵੀ ਵਾਲ ਨੇ ਅਸੀਂ ਸਾਰੇ ਖੋਲ ਲੈਣੇ ਨੇ। ਵਾਲ ਖੋਲਣ ਦਾ ਤਰੀਕਾਕਾਰ ਹੁੰਦਾ ਹੈ ਕਿ ਤਾਰ ਦਾ ਉੱਤੇ ਇੱਕ ਲਾਕ ਲੱਗਾ ਹੁੰਦਾ, ਲਾਕ ਖੋਲਾਂਗੇ ਤਾਂ ਵਾਲ ਇਹਦੇ ਬਿਲਕੁਲ ਸੈਪਰੇਟ ਹੋ ਜਾਣਗੇ। ਦੋਸਤੋ ਇਹ ਬਾਕੀ ਵਾਲ ਵਗੈਰਾ ਅਸੀਂ ਸੁੱਟ ਦੇਣੇ ਨੇ ਤੇ ਵਾਲ ਪਲੇਟ ਦੇ ਨਾਲ ਜਿਹੜਾ ਜੈਨ ਲੱਗਾ ਅੱਛੇ ਤਰੀਕੇ ਨਾਲ ਉਹਦੀ ਸਫਾਈ ਕਰਨੀ ਹੈ। ਬਾਕੀ ਗ੍ਰਿਪ ਪਲਾਸ ਦੇ ਨਾਲ ਕੁਛ ਇਸ ਤਰੀਕੇ ਦੇ ਨਾਲ ਰਾਡ ਦੇ ਨਾਲ ਅਸੀਂ ਪਕੜ ਕਰ ਲੈਣੀ ਹੈ। ਜਿਹੜੀ ਗੋਟੀ ਦੇ ਨਾਲ ਅਸੀਂ ਇਹਨੂੰ ਖੋਲਿਆ ਸੀ ਉਸੇ ਗੋਟੀ ਦੇ ਨਾਲ ਦੋਸਤੋ ਅਸੀਂ ਇਹਦਾ ਨਟ ਖੋਲ ਲੈਣਾ ਤੇ ਇਸਦੇ ਬੋਕੀਆਂ ਵਾਲਾ ਨਟ ਖੁੱਲ ਜਾਏਗਾ। ਤੇ ਬੋਕੀਆਂ ਦਾ ਨਟ ਖੋਲਣ ਤੋਂ ਬਾਅਦ ਦੋਸਤੋ ਇਹਦੇ ਵਿੱਚ ਇੱਕ ਸੈਂਟਰ 'ਚ ਵਾਸ਼ਲ ਹੁੰਦੀ ਹੈ, ਵਾਸ਼ਲ ਅਸੀਂ ਸਾਈਡ ਤੇ ਕਰ ਦੇਣੀ ਹੈ ਤੇ ਬੋਕੀਆਂ ਅਸੀਂ ਇਹਦੀਆਂ ਸੁੱਟ ਦੇਣੀਆਂ ਨੇ। ਦੋਸਤੋ ਹੁਣ ਇਹਦੀ ਅਸੈਂਬਲਿੰਗ ਕਰ ਲੈਣੇ, ਸਾਰੀਆਂ ਚੀਜ਼ਾਂ ਅਸੀਂ ਤਕਰੀਬਨ ਇਹਦੀਆਂ ਡਿਸਅਸੈਂਬਲ ਕਰ ਦਿੱਤੀਆਂ ਨੇ। ਉਸ ਤੋਂ ਬਾਅਦ ਬੋਕੀਆਂ ਅਸੀਂ ਲੈ ਲੈਣੀਆਂ ਨੇ। ਬੋਕੀਆਂ ਫਿੱਟ ਕਰਨ ਦਾ ਬੜਾ ਹੀ ਆਸਾਨ ਜਿਹਾ ਤਰੀਕਾ ਹੈ ਤੇ ਵਾਲ ਫਿੱਟ ਕਰਨ ਦਾ ਵੀ ਬੜਾ ਹੀ ਆਸਾਨ ਜਿਹਾ ਤਰੀਕਾ ਹੈ। ਇਹਦੀ ਅਸੈਂਬਲਿੰਗ ਸਾਰੀ ਤੁਸੀਂ ਹੁਣ ਗੌਰ ਨਾਲ ਸਮਝ ਲੈਣੀ ਹੈ। ਦੋਸਤੋ ਸਭ ਤੋਂ ਪਹਿਲੇ ਕੁਛ ਇਸ ਤਰੀਕੇ ਦੇ ਨਾਲ ਪਹਿਲੀ ਬੋਕੀ ਅਸੀਂ ਇਹਦੇ ਵਿੱਚ ਪਾ ਦੇਣੀ ਹੈ, ਫਿਰ ਸੈਂਟਰ ਦੇ ਵਿੱਚ ਅਸੀਂ ਵਾਸ਼ਰ ਰੱਖ ਦੇਣੀ ਹੈ ਤੇ ਫਿਰ ਦੂਸਰੀ ਬੋਕੀ ਇਹਦੇ ਮੁਖਾਲਫ ਸਿਮਤ ਦੇ ਵਿੱਚ ਪਾ ਕੇ ਨਟ ਟਾਈਟ ਕਰ ਦੇਣਾ। ਉਸ ਤੋਂ ਬਾਅਦ ਦੋਸਤੋ ਅਸੀਂ ਇਹਦੇ ਵਾਲ ਵਗੈਰਾ ਖੋਲ ਲੈਣੇ। ਸਭ ਤੋਂ ਪਹਿਲੇ ਵਾਲ ਖੋਲ ਲਿੱਤਾ, ਇਹਦੀ ਵਾਇਰ ਲਾਕ ਜਿਹੜੀ ਇਹਨੂੰ ਬਿਲਕੁਲ ਆਪਸ ਦੇ ਵਿੱਚ ਸੈਂਟਰ ਦੇ ਵਿੱਚ ਕਰ ਦੇਣਾ ਤੇ ਕੁਛ ਇਸ ਤਰੀਕੇ ਦੇ ਨਾਲ ਇਹਦੀ ਜਗ੍ਹਾ ਬਣੀ ਹੁੰਦੀ ਹੈ, ਜੈਸਾ ਕਿ ਆ ਵੇਖ ਸਕਦੇ ਜੇ ਇਹਦੇ ਵਿੱਚੋਂ ਡਾਇਰੈਕਸ਼ਨ ਬਣੀ ਹੈ ਇਸਦੀ। ਜਿਸ ਹਿਸਾਬ ਦੇ ਨਾਲ ਡਾਇਰੈਕਸ਼ਨ ਬਣੀ ਹੈ ਉਸ ਹਿਸਾਬ ਨਾਲ ਪਹਿਲੇ ਵਾਲ ਪਾ ਦੇਣਾ, ਫਿਰ ਉਹਦਾ ਸਪਰਿੰਗ ਪਾ ਦੇਣਾ, ਉੱਤੇ ਇਹਦਾ ਕਵਰ ਲਾ ਦੇਣਾ ਜਿਹੜਾ ਲੋਹੇ ਦੀ ਵਾਸ਼ਲ ਹੁੰਦੀ ਹੈ। ਉਸ ਤੋਂ ਬਾਅਦ ਇਹਦੇ ਛੋਟਾ ਜਿਹਾ ਗੁਟਕਾ ਹੁੰਦਾ ਹੈ ਜਿਹਦੇ ਵਿੱਚ 2 ਸੁਰਾਖ ਬਣੇ ਹੁੰਦੇ ਨੇ ਤੇ ਕੁਛ ਇਸ ਤਰੀਕੇ ਦੇ ਨਾਲ ਅਸੀਂ ਵਾਇਰ ਲਾਕ ਪਾ ਕੇ ਅੱਛੇ ਤਰੀਕੇ ਦੇ ਨਾਲ ਇਹਨੂੰ ਫੋਲਡ ਕਰ ਦੇਣਾ, ਜਿਸ ਦੀ ਮਦਦ ਤੋਂ ਇਹ ਲਾਕ ਹੋ ਜਾਏਗਾ। ਦੋਸਤੋ ਅਸੀਂ ਇਹਦੇ ਵਿੱਚ ਜਿਹੜੇ ਵਾਲ ਪਾ ਰਹੇ ਇਹਨਾਂ ਦੇ ਜਿਹੜੇ ਸਪਰਿੰਗ ਨੇ ਪਿੱਤਲ ਦੇ ਨੇ, ਜਿਹੜੇ ਇਨਸ਼ਾਅੱਲਾ ਪੂਰੀ ਜ਼ਿੰਦਗੀ ਖਰਾਬ ਨਹੀਂ ਹੁੰਦੇ ਤੇ ਬਾਕੀ ਜਿਹੜੇ ਲੋਹੇ ਦੇ ਵਾਲ ਹੁੰਦੇ ਨੇ ਉਹ ਕੁਛ ਅਰਸੇ ਬਾਅਦ ਗਲ ਜਾਂਦੇ ਨੇ। ਬਾਕੀ ਇਹਦਾ ਜਿਹੜਾ ਲਾਕ ਹੈ ਉਹ ਵੀ ਸਟੀਲ ਦਾ ਹੁੰਦਾ, ਲਾਕ ਵੀ ਕਦੀ ਨਹੀਂ ਗਲਦਾ। ਕਈ ਲੋਕ ਇੱਥੇ ਕਾਪਰ ਦੀ ਤਾਰ ਪਾ ਦਿੰਦੇ ਤੇ ਉਹ ਵੀ ਤੁਸੀਂ ਕਰ ਸਕਦੇ ਜੇ। ਤੇ ਬੋਕੀਆਂ ਵੀ ਅਸੀਂ ਟਾਈਟ ਕਰ ਦਿੱਤੀਆਂ ਤੇ ਵਾਲ ਵੀ ਚਾਰੇ ਆਪਣੀ ਸਿਮਤ ਦੇ ਵਿੱਚ ਟਾਈਟ ਕਰ ਦਿੱਤੇ ਨੇ। ਉਸ ਤੋਂ ਬਾਅਦ ਦੋਸਤੋ ਇਹ ਵਾਟਰ ਸੀਲ ਹੈ ਜਿਹੜੀ ਅਸੀਂ ਗਲੈਂਡੋਰੀ ਦੀ ਜਗ੍ਹਾ ਤੇ ਪਾਵਾਂਗੇ। ਜੇ 2 ਆ ਜਾਣ ਤੇ ਤੁਸੀਂ 2 ਪਾ ਦਿਓ, ਜਿੰਨੀ ਤੇ 1.5 ਆਵੇ 1.5 ਪਾ ਦਿਓ, ਯਾਨੀ ਕਿ ਹਾਫ ਐਂਡ ਕੱਟ ਕੇ ਪਾ ਦਿਓ। ਦੋਸਤੋ ਜਿਸ ਵੇਲੇ ਅਸੀਂ ਚੈੱਕ ਕੀਤਾ ਤੇ ਇਹਦੇ ਵਿੱਚ 2 ਜਿਹੜੀਆਂ ਸੀਲਾਂ ਨਹੀਂ ਸੀ ਆ ਰਹੀਆਂ ਤੇ ਇੱਕ ਸੀਲ ਨੂੰ ਅਸੀਂ ਅੱਧਾ ਕੱਢ ਲਾਂਗੇ ਤੇ 1.5 ਸੀਲਾਂ ਪਾ ਕੇ ਅੱਛੇ ਤਰੀਕੇ ਦੇ ਨਾਲ ਇਹਦਾ ਬੋਕੀ ਨਟ ਜਿਹੜਾ ਟਾਈਟ ਕਰਕੇ ਉਹਦੇ ਵਿੱਚ ਬੋਕੀ ਜਿਹੜਾ ਰਾੜ ਹੈ ਉਹ ਫਸਾ ਦਾਂਗੇ। ਦੋਸਤੋ ਇਧਰੋਂ ਅਸੀਂ ਬੋਕੀਆਂ ਫਸਾਵਾਂਗੇ ਤੇ ਦੂਸਰੀ ਸਾਈਡ ਤੇ ਜਾ ਕੇ ਸਿੱਧੀਆਂ ਪਿਸਟਨ ਦੇ ਵਿੱਚ ਟਾਈਟ ਹੋ ਜਾਂਦੀਆਂ ਨੇ ਤੇ ਪਿਸਟਨ ਦੇ ਨਾਲ ਅੱਛੇ ਤਰੀਕੇ ਨਾਲ ਇਹਨੂੰ ਟਾਈਟ ਕਰ ਦੇਣਾ। ਬਾਅਦ ਵਿੱਚ ਦੋਸਤੋ ਇਹਦੀ ਜਿਹੜੀ ਇੱਥੇ ਟਿੱਕੀ ਲੱਗਦੀ ਹੈ ਜਿੱਥੋਂ ਅਸੀਂ ਸਭ ਤੋਂ ਪਹਿਲੇ ਖੋਲੀ ਸੀ ਉਹਨੂੰ ਅੱਛੇ ਤਰੀਕੇ ਦੇ ਨਾਲ ਅਸੀਂ ਸਫਾਈ ਵਗੈਰਾ ਕਰਕੇ ਜੈਨ ਵਗੈਰਾ ਰੱਖ ਕੇ ਟਾਈਟ ਕਰ ਦੇਣਾ ਤੇ ਇਹਦੀ ਵਾਟਰ ਲੀਕੇਜ ਚੈੱਕ ਕਰ ਲੈਣੀ ਹੈ। ਲੀਕੇਜ ਵਗੈਰਾ ਨਹੀਂ ਹੈ ਤੇ ਦੋਸਤੋ ਇਸ ਤਰੀਕੇ ਦੇ ਨਾਲ ਪਹਿਲਾਂ ਜੈਨ ਰੱਖਣਾ। ਜੈਨ ਰੱਖਣ ਤੋਂ ਬਾਅਦ ਇਹਦੀ ਜਿਹੜੀ ਇਨਪੁਟ ਹੈ ਆਪਣੀ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਹੁੰਦੀ ਹੈ, ਜੈਸਾ ਕਿ ਜਿਸ ਸਾਈਡ ਤੇ ਮੋਟਰ ਹੁੰਦੀ ਹੈ ਇਸ ਸਾਈਡ ਤੇ ਇਹਦੀ ਇਨਪੁਟ ਹੁੰਦੀ ਹੈ। ਤੇ ਜੇ ਅਸੀਂ ਇਹ ਉਲਟੀ ਫਿੱਟ ਕਰਾਂਗੇ ਸਾਨੂੰ ਐਲਟ ਵੀ ਉਲਟਾ ਫਿੱਟ ਕਰਨਾ ਪਏਗਾ, ਫਿਰ ਇਹਦੀ ਸੈਕਸ਼ਨ ਉਲਟੀ ਹੋ ਜਾਏਗੀ, ਯਾਨੀ ਕਿ ਜਿੱਥੋਂ ਖਿੱਚਦੀ ਹੈ ਉੱਥੋਂ ਸੁੱਟੇਗੀ ਤੇ ਜਿੱਥੋਂ ਸੁੱਟਦੀ ਹੈ ਉੱਥੇ ਖਿੱਚੇਗੀ। ਬਾਕੀ ਡਾਇਰੈਕਸ਼ਨ ਹੈਡ ਦੀ ਜਿਸ ਤਰੀਕੇ ਦੇ ਨਾਲ ਅਸੀਂ ਖੋਲਿਆ ਸੀ ਉਸੇ ਤਰੀਕੇ ਨਾਲ ਰੱਖ ਲੈਣਾ। ਬਾਕੀ ਇਹਦੇ 4 ਨਟ ਕਾਬਲੇ ਸੀ ਇੱਥੋਂ ਖੋਲੇ ਸੀ ਰੈਂਚ ਦੀ ਮਦਦ ਦੇ ਨਾਲ ਤੇ ਉਹਨੂੰ ਅੱਛੇ ਤਰੀਕੇ ਨਾਲ ਅਸੀਂ ਟਾਈਟ ਕਰ ਦੇਣਾ। ਟਾਈਟ ਕਰਨ ਵਾਸਤੇ ਤੁਸੀਂ ਇੱਥੇ ਚਾਬੀ ਦਾ ਵੀ ਇਸਤੇਮਾਲ ਕਰ ਸਕਦੇ ਜੇ, ਰੈਂਚ ਦਾ ਵੀ ਇਸਤੇਮਾਲ ਕਰ ਸਕਦੇ ਜੇ। ਬਾਕੀ ਇਸ ਪੰਪ ਸਾਡਾ ਫਿੱਟ ਹੋ ਗਿਆ। ਇਸ ਤਰੀਕੇ ਦੇ ਨਾਲ ਅਸੀਂ ਸਾਰੀ ਫਿਟਿੰਗ ਵਗੈਰਾ ਇਸ ਦੀ ਅਸੈਂਬਲ ਕਰ ਲਈ। ਤੁਸੀਂ ਮੋਟਰ ਦੀ ਆਵਾਜ਼ ਸੁਣ ਲਓ।
ਮਾਸ਼ਾਅੱਲਾ ਦੋਸਤੋ ਮੋਟਰ ਵੀ ਸਾਡੀ ਬਿਲਕੁਲ ਸਮੂਥ ਹੈ ਤੇ ਬਾਕੀ ਪਾਣੀ ਦਾ ਪ੍ਰੈਸ਼ਰ ਵੀ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਜੇ। ਤੇ ਖਰਚੇ ਦੀ ਗੱਲ ਕਰੀਏ ਸਾਡਾ ਟੋਟਲ 2500 ਰੁਪਇਆ ਖਰਚਾ ਆਇਆ। ਪੁਰਾਣਾ ਪੰਪ ਦੇ ਕੇ ਵਾਲ ਵਗੈਰਾ ਨਵੇਂ ਪਾ ਕੇ ਬਿਹਤਰੀਨ ਸਿਸਟਮ ਹੋ ਗਿਆ। ਪਹਿਲਾ ਪੰਪ ਤਕਰੀਬਨ 13-14 ਕਿਲੋ ਦਾ ਸੀ ਤੇ ਇਹ ਪੰਪ 25 ਕਿਲੋ ਦਾ ਸੀ, ਤਾਂ ਸਾਨੂੰ ਡਿਫਰੈਂਸ ਥੋੜਾ ਜ਼ਿਆਦਾ ਪੈ ਗਿਆ। ਬਾਕੀ ਉਹ ਹਲਕਾ ਪੰਪ ਸੀ, ਇਹ ਵਜ਼ਨੀ ਪੰਪ ਸੀ। ਬਾਕੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦੇਣਾ। ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅੱਲਾ ਹਾਫਿਜ਼, ਜਜ਼ਾਕੱਲਾ।